ਤੁਸੀਂ ਸੁਣਨ ਜਾ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਅਜੀਤ ਸਿੰਘ ਔਲਖ ਦੁਆਰਾ ਕਸੂਰ ਫਤਿਹ ਕਰਨਾ। ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਖਬਰ ਮਿਲੀ ਕਿ ਕਸੂਰ ਦਾ ਨਵਾਬ ਕੁਤੁਬਦੀਨ ਅਤੇ ਮੁਲਤਾਨ ਦਾ ਨਵਾਬ ਮੁਜ਼ੱਫਰ ਖਾਂ ਦੋਵੇਂ ਮਿਲ ਕੇ ਇਹ ਸਲਾਹ ਮਸ਼ਵਰਾ ਕਰ ਰਹੇ ਹਨ ਕਿ ਦੋਹਾਂ ਦੀਆਂ ਫੌਜਾਂ ਮਿਲਾ ਕੇ ਮਹਾਰਾਜੇ ਨਾਲ ਲੜਾਈ ਲੜੀ ਜਾਵੇ। ਇਸ ਤੋਂ ਬਾਅਦ ਇੱਕ ਹੋਰ ਵੀ ਖਬਰ ਆਈ ਕਿ ਨਵਾਬ ਕੁਤੁਬਦੀਨ ਆਪਣੀ ਸਿੱਖ ਪ੍ਰਜਾ ਨੂੰ ਬਹੁਤ ਤੰਗ ਕਰ ਰਿਹਾ ਹੈ। ਮਹਾਰਾਜੇ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ। ਉਹ ਆਪਣੇ ਰਾਜ ਵਿੱਚ ਕਿਸੇ ਨੂੰ ਵੀ ਮਜ਼ਹਬ ਦੇ ਨਾਂ 'ਤੇ ਤੰਗ ਨਹੀਂ ਸੀ ਕਰਦੇ। ਉਹ ਸਿੱਖ, ਮੁਸਲਮਾਨ ਅਤੇ ਹਿੰਦੂ ਸਭ ਨੂੰ ਬਰਾਬਰ ਸਮਝਦੇ ਸਨ। ਉਹਨਾਂ ਨੇ ਤੁਰੰਤ ਫਕੀਰ ਅਜ਼ੀਜ਼ਦੀਨ ਨੂੰ ਕਸੂਰ ਭੇਜਿਆ ਕਿ ਉਹ ਪੂਰੀ ਪੁੱਛ ਪੜਤਾਲ ਕਰਕੇ ਆਵੇ। ਪਰ ਜਦ ਫਕੀਰ ਅਜ਼ੀਜ਼ਦੀਨ ਕਸੂਰ ਪਹੁੰਚਿਆ ਤਾਂ ਨਵਾਬ ਕੁਤੁਬਦੀਨ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਫਕੀਰ ਅਜ਼ੀਜ਼ਦੀਨ ਵਾਪਸ ਆ ਗਿਆ ਅਤੇ ਸਾਰੇ ਹਾਲਾਤ ਬਾਰੇ ਮਹਾਰਾਜੇ ਨੂੰ ਦੱਸਿਆ। ਮਹਾਰਾਜਾ ਰਣਜੀਤ ਸਿੰਘ ਉਸ ਦੀ ਗੱਲ ਸੁਣ ਕੇ ਬੜਾ ਭਾਵੁਕ ਹੋ ਗਿਆ ਤੇ ਉਸ ਤੁਰੰਤ ਕਸੂਰ ਉੱਤੇ ਹਮਲਾ ਕਰਨ ਦਾ ਆਦੇਸ਼ ਦੇ ਦਿੱਤਾ। ਜਦ ਫੌਜਾਂ ਕਸੂਰ ਪਹੁੰਚੀਆਂ ਤਾਂ ਨਵਾਬ ਗਾਜ਼ੀਆਂ ਨੂੰ ਲੈ ਕੇ ਟਾਕਰੇ ਲਈ ਆਇਆ। ਬੜਾ ਘਮਸਾਨ ਦਾ ਯੁੱਧ ਹੋਇਆ, ਪਰ ਨਵਾਬ ਹਾਰ ਗਿਆ ਤੇ ਭੱਜ ਕੇ ਕਿਲੇ ਵਿੱਚ ਜਾ ਵੜਿਆ। ਮਹਾਰਾਜੇ ਨੇ ਆਪਣੇ ਸਿਰ ਕੱਢ ਸੂਰਮਿਆਂ ਨੂੰ ਹੁਕਮ ਦਿੱਤਾ ਕਿ ਉਹ ਨੀਹਾਂ ਥੱਲੇ ਬਾਰੂਦ ਭਰ ਕੇ ਅੱਗ ਲਾ ਦੇਣ। ਜਦ ਪਲੀਤਿਆਂ ਨੂੰ ਅੱਗ ਲਾਈ ਗਈ ਤਾਂ ਕਿਲੇ ਦੇ ਪੱਛਮ ਵੱਲ ਦੀ ਦੀਵਾਰ ਥੱਲੇ ਡਿੱਗ ਪਈ। ਖਾਲਸਾਈ ਫੌਜ ਉਸੇ ਵੇਲੇ ਕਿਲੇ ਵਿੱਚ ਜਾ ਦਾਖਲ ਹੋਈ। ਗਾਜ਼ੀਆਂ ਨੇ ਖਾਲਸਾਈ ਫੌਜ ਨੂੰ ਡੱਕਣ ਦਾ ਬਹੁਤ ਜ਼ੋਰ ਲਗਾਇਆ, ਪਰ ਸਿੰਘਾਂ ਦੇ ਜੋਸ਼ ਅੱਗੇ ਉਹ ਖਲੋ ਨਾ ਸਕੇ ਤੇ ਕਿਲੇ ਉੱਤੇ ਮਹਾਰਾਜੇ ਦਾ ਕਬਜ਼ਾ ਹੋ ਗਿਆ। ਨਵਾਬ ਕੁਤੁਬਦੀਨ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਫੜਿਆ ਗਿਆ। ਜਦ ਉਸ ਨੂੰ ਮਹਾਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਬਹੁਤ ਮਿੰਨਤ ਤਰਲੇ ਕੀਤੇ। ਦਿਆਲੂ ਮਹਾਰਾਜੇ ਨੇ ਉਸ ਦੀ ਜਾਨ ਬਖਸ਼ ਦਿੱਤੀ ਅਤੇ ਉਸ ਨੂੰ ਦਰਿਆ ਸਤਲੁਜ ਤੋਂ ਪਾਰ ਮਮਦੋਤ ਦਾ ਇਲਾਕਾ ਜਾਗੀਰ ਵਜੋਂ ਬਖਸ਼ ਦਿੱਤਾ। ਇਸ ਲੜਾਈ ਵਿੱਚ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੇ ਬੜੀ ਦਲੇਰੀ ਵਿਖਾਈ ਸੀ। ਇਸ ਲਈ ਮਹਾਰਾਜਾ ਨੇ ਸਰਦਾਰ ਨਿਹਾਲ ਸਿੰਘ ਨੂੰ ਕਸੂਰ ਦਾ ਸੂਬੇਦਾਰ ਥਾਪ ਦਿੱਤਾ। ਉਸ ਤੋਂ ਬਾਅਦ ਮਹਾਰਾਜੇ ਨੇ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਂ ਨੂੰ ਵੀ ਸੋਧਣ ਦਾ ਮਨ ਬਣਾਇਆ। ਮਹਾਰਾਜਾ ਆਪਣੀਆਂ ਨਵੀਆਂ ਫੌਜਾਂ ਲੈ ਕੇ 15 ਮਾਰਚ ਸਨ 1807 ਈਸਵੀ ਨੂੰ ਮੁਲਤਾਨ ਵੱਲ ਚੱਲ ਪਿਆ। ਕੁਝ ਦਿਨਾਂ ਵਿੱਚ ਫੌਜਾਂ ਮੁਲਤਾਨ ਦੇ ਨੇੜੇ ਪਹੁੰਚ ਗਈਆਂ। ਉੱਥੇ ਪਹੁੰਚ ਕੇ ਮਹਾਰਾਜੇ ਨੇ ਸਰਦਾਰ ਫਤਿਹ ਸਿੰਘ ਨੂੰ ਨਵਾਬ ਪਾਸ ਭੇਜਿਆ ਕਿ ਉਹ ਉਸ ਨੂੰ ਪੁੱਛ ਕੇ ਆਵੇ ਕਿ ਉਸ ਅਹਿਦਨਾਮਾ ਤੋੜਿਆ ਹੈ ਅਤੇ ਕਸੂਰ ਦੇ ਨਵਾਬ ਕੁਤੁਬਦੀਨ ਨਾਲ ਮਿਲ ਕੇ ਗੱਦਾਰੀ ਕੀਤੀ ਹੈ। ਉਹ ਆਪਣੇ ਅਪਰਾਧਾਂ ਬਦਲੇ ਭਾਰੀ ਜੁਰਮਾਨਾ ਭਰੇ ਜਾਂ ਲੜਾਈ ਲਈ ਤਿਆਰ ਹੋ ਜਾਵੇ। ਮੁਜ਼ੱਫਰ ਖਾਂ ਫਤਿਹ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਡਰ ਗਿਆ ਅਤੇ ਕਹਿਣ ਲੱਗਾ, ਮੈਂ ਬਹੁਤ ਸ਼ਰਮਿੰਦਾ ਹਾਂ। ਮੇਰੇ ਪਿਛਲੇ ਗੁਨਾਹ ਬਖਸ਼ ਦਿੱਤੇ ਜਾਣ ਅਤੇ ਜੋ ਦੰਡ ਮਹਾਰਾਜਾ ਜੀ ਯੋਗ ਸਮਝਣ ਮੈਂ ਭਰਨ ਨੂੰ ਤਿਆਰ ਹਾਂ। ਦਇਆ ਦੇ ਪੁੰਜ ਮਹਾਰਾਜਾ ਰਣਜੀਤ ਸਿੰਘ ਨੇ ਇੰਨੇ ਵੱਡੇ ਅਪਰਾਧੀ ਨੂੰ ਵੀ ਬਖਸ਼ ਦਿੱਤਾ ਤੇ ਕੇਵਲ 7700 ਰੁਪਏ ਉਸ ਤੋਂ ਦੰਡ ਵਜੋਂ ਲਏ। ਇਸ ਤੋਂ ਬਾਅਦ ਮਹਾਰਾਜਾ ਜੀ ਬਹਾਲਪੁਰ ਗਏ, ਪਰ ਉੱਥੋਂ ਦਾ ਨਵਾਬ ਕਿਸੇ ਲੜਾਈ ਝਗੜੇ ਤੋਂ ਬਗੈਰ ਹੀ ਮਹਾਰਾਜੇ ਦੀ ਸ਼ਰਨ ਵਿੱਚ ਆ ਗਿਆ। ਮੋਤੀਆਂ ਦੀ ਮਾਲਾ। ਉਹਨਾਂ ਸਮਿਆਂ ਵਿੱਚ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਇਹ ਖਬਰ ਮਿਲੀ ਕਿ ਰਾਜਾ ਸਾਹਿਬ ਸਿੰਘ ਅਤੇ ਉਸ ਦੀ ਰਾਣੀ ਆਸ ਕੌਰ ਵਿੱਚ ਕੋਈ ਘਰੋਗੀ ਝਗੜਾ ਚੱਲ ਰਿਹਾ ਸੀ। ਝਗੜਾ ਇਹ ਸੀ ਕਿ ਰਾਣੀ ਚਾਹੁੰਦੀ ਸੀ ਕਿ ਰਾਜਾ ਸਾਹਿਬ ਸਿੰਘ ਉਸ ਦੇ ਪੁੱਤਰ ਕਰਮ ਸਿੰਘ ਨੂੰ ਰਾਜ ਤਿਲਕ ਦੇ ਦੇਣ, ਪਰ ਰਾਜਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਇਸ ਝਗੜੇ ਵਿੱਚ ਫੌਜ ਦੇ ਕੁਝ ਸਰਦਾਰ ਰਾਜੇ ਵੱਲੋਂ ਹੋ ਗਏ ਅਤੇ ਕੁਝ ਰਾਣੀ ਵੱਲ ਚਲੇ ਗਏ। ਇੱਕ ਵੱਡੀ ਲੜਾਈ ਦੀ ਸੰਭਾਵਨਾ ਪੈਦਾ ਹੋ ਗਈ। ਕੁਝ ਪਤਵੰਤੇ ਸੱਜਣਾ ਨੇ ਜਦ ਵਿੱਚ ਪੈ ਕੇ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਇਹ ਮੰਨ ਗਈਆਂ ਕਿ ਜੇ ਮਹਾਰਾਜਾ ਰਣਜੀਤ ਸਿੰਘ ਵਿੱਚ ਪੈ ਕੇ ਜੋ ਫੈਸਲਾ ਕਰਨ ਉਹ ਦੋਹਾਂ ਧਿਰਾਂ ਨੂੰ ਮਨਜ਼ੂਰ ਹੋਵੇਗਾ। ਉਸ ਸਮੇਂ ਸਾਰੇ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਹੀ ਅਜਿਹੇ ਝਗੜੇ ਨਿਪਟਾਉਣ ਦੇ ਸਮਰਥ ਹਨ। ਇਸ ਕੰਮ ਲਈ ਇੱਕ ਏਲਚੀ ਨੂੰ ਮਹਾਰਾਜੇ ਪਾਸ ਭੇਜਿਆ ਗਿਆ, ਜਿਸ ਨੇ ਮਹਾਰਾਜੇ ਨੂੰ ਸਾਰੀ ਗੱਲ ਸੁਣਾਈ। ਮਹਾਰਾਜੇ ਨੇ ਉਸ ਏਲਚੀ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਕੁਝ ਫੌਜਾਂ ਨਾਲ ਲੈ ਕੇ ਪਟਿਆਲੇ ਪਹੁੰਚ ਗਏ। ਪਟਿਆਲੇ ਦੇ ਰਾਜੇ ਸਾਹਿਬ ਸਿੰਘ ਨੇ ਬੜੇ ਸਨਮਾਨ ਨਾਲ ਮਹਾਰਾਜੇ ਦਾ ਸਵਾਗਤ ਕੀਤਾ। ਪਟਿਆਲੇ ਦੇ ਇੱਕ ਪ੍ਰਸਿੱਧ ਬਾਗ ਵਿੱਚ ਮਹਾਰਾਜੇ ਦਾ ਉਤਾਰਾ ਕਰਵਾਇਆ ਗਿਆ।
ਕੁਝ ਦਿਨ ਠਹਿਰ ਕੇ ਮਹਾਰਾਜੇ ਨੇ ਦੋਹਾਂ ਧਿਰਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾਂ ਦੇ ਵਿਚਾਰ ਸੁਣੇ। ਮਹਾਰਾਜੇ ਨੇ ਫਿਰ ਆਪਣੇ ਕੁਝ ਸਲਾਹਕਾਰ ਨਾਲ ਮਸ਼ਵਰਾ ਕਰਕੇ ਫੈਸਲਾ ਸੁਣਾ ਦਿੱਤਾ। ਮਹਾਰਾਜੇ ਨੇ ਕਿਹਾ, ਪਟਿਆਲੇ ਦੀ ਰਾਜਗੱਦੀ ਰਾਜਾ ਸਾਹਿਬ ਸਿੰਘ ਪਾਸ ਹੀ ਰਹੇਗੀ, ਪਰ ਉਹਨਾਂ ਦੇ ਪੁੱਤਰ ਟਿਕਾਕਰਮ ਸਿੰਘ ਤੇ ਰਾਣੀ ਆਸ ਕੌਰ ਨੂੰ 50,000 ਰੁਪਏ ਦੀ ਵਾਰਸ਼ਿਕ ਜਾਗੀਰ ਦਿੱਤੀ ਜਾਵੇ। ਮਹਾਰਾਜੇ ਦਾ ਇਹ ਫੈਸਲਾ ਸੁਣ ਕੇ ਸਾਰੇ ਖੁਸ਼ ਹੋ ਗਏ। ਰਾਣੀ ਆਸ ਕੌਰ ਨੂੰ ਵੀ ਹੁਣ ਕੋਈ ਇਤਰਾਜ਼ ਨਹੀਂ ਸੀ। ਰਾਜਾ ਸਾਹਿਬ ਸਿੰਘ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਉਸਨੇ ਮਹਾਰਾਜਾ ਅਤੇ ਉਸ ਦੀਆਂ ਫੌਜਾਂ ਦੀ ਬੜੀ ਸੇਵਾ ਕੀਤੀ। ਜਦ ਮਹਾਰਾਜਾ ਵਿਦਾ ਹੋਣ ਲੱਗਾ ਤਾਂ ਰਾਜਾ ਸਾਹਿਬ ਸਿੰਘ ਨੇ ਉਹਨਾਂ ਨੂੰ ਬਹੁਤ ਕੀਮਤੀ ਸੁਗਾਤਾਂ ਭੇਟ ਕੀਤੀਆਂ। ਇਹਨਾਂ ਸੁਗਾਤਾਂ ਵਿੱਚ ਇੱਕ ਪਿੱਤਲ ਦੀ ਤੋਪ ਅਤੇ ਇੱਕ ਕੀਮਤੀ ਮੋਤੀਆਂ ਦੀ ਮਾਲਾ ਵੀ ਸੀ। ਮਹਾਰਾਜਾ ਜੀ ਜਦ ਇੱਕ ਵੱਡੇ ਦਰਬਾਰ ਵਿੱਚ ਬੈਠੇ ਹੋਏ ਸਨ ਤਾਂ ਪਟਿਆਲੇ ਦੇ ਰਾਜੇ ਨੇ ਇਹ ਮਾਲਾ ਉਹਨਾਂ ਦੇ ਗਲ ਵਿੱਚ ਪਾਈ। ਉਸ ਮਾਲਾ ਨੂੰ ਵੇਖ ਕੇ ਰਾਜੇ ਦਾ ਪੁੱਤਰ ਕਰਮ ਸਿੰਘ ਮਹਾਰਾਜੇ ਦੀ ਗੋਦੀ ਵਿੱਚ ਆ ਬੈਠਾ ਅਤੇ ਕਹਿਣ ਲੱਗਾ, ਮਹਾਰਾਜ ਜੀ, ਇਹ ਮਾਲਾ ਤੇ ਮੇਰੀ ਹੈ, ਮੈਨੂੰ ਇਹ ਬਹੁਤ ਪਿਆਰੀ ਲੱਗਦੀ ਹੈ। ਮਹਾਰਾਜੇ ਨੇ ਜਦ ਕਰਮ ਸਿੰਘ ਦੀ ਇਹ ਗੱਲ ਸੁਣੀ ਤਾਂ ਉਹਨਾਂ ਤੁਰੰਤ ਮਾਲਾ ਆਪਣੇ ਗਲ ਵਿੱਚੋਂ ਲਾ ਕੇ ਕਰਮ ਸਿੰਘ ਦੇ ਗਲ ਵਿੱਚ ਪਾ ਦਿੱਤੀ ਤੇ ਕਹਿਣ ਲੱਗੇ, ਪੁੱਤਰ ਜੀ ਆ ਲਵੋ, ਜੇ ਇਹ ਮਾਲਾ ਤੇਰੀ ਹੈ ਤਾਂ ਤੇਰੀ ਹੋਈ, ਤੈਨੂੰ ਇਹ ਬਹੁਤ ਫੱਬਦੀ ਹੈ। ਕਨਵਰ ਕਰਮ ਸਿੰਘ ਮਾਲਾ ਆਪਣੇ ਗਲ ਵਿੱਚ ਪਾ ਕੇ ਬਹੁਤ ਖੁਸ਼ ਹੋਇਆ। ਦਰਬਾਰ ਵਿੱਚ ਬੈਠੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਤੇ ਮਹਾਰਾਜੇ ਦੀ ਫਰਾਖ ਦਿਲੀ ਤੇ ਵਾਹ ਵਾਹ ਕਰ ਉਠੇ। ਪਰ ਰਾਜਾ ਸਾਹਿਬ ਸਿੰਘ ਨੂੰ ਇਸ ਗੱਲ ਦਾ ਦੁੱਖ ਹੋਇਆ। ਉਹ ਉੱਠਿਆ ਅਤੇ ਮਾਲਾ ਕਨਵਰ ਦੇ ਗਲ ਵਿੱਚੋਂ ਲਾ ਕੇ ਮਹਾਰਾਜੇ ਦੇ ਗਲ ਵਿੱਚ ਪਾਉਣ ਲੱਗਾ। ਪਰ ਮਹਾਰਾਜੇ ਨੇ ਕਿਹਾ, ਇਹ ਜਿਸ ਗੱਲ ਵਾਸਤੇ ਬਣੀ ਹੈ ਉੱਥੇ ਹੀ ਰਹਿਣੀ ਹੈ। ਸਾਡੇ ਪੁੱਤਰ ਨੂੰ ਇਹ ਮਾਲਾ ਬਹੁਤ ਜੱਚਦੀ ਹੈ।